ਸਤਿ ਸ਼੍ਰੀ ਅਕਾਲ ਜੀ। ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਅੱਜ ਜਿਹੜੀ ਖਬਰ ਨਹੀਂ ਹੈਗੀ ਬਲਕਿ ਇਹ ਉਹ ਕਹਾਣੀ ਇੱਕ ਸਾਂਝੀ ਤੁਹਾਡੇ ਨਾਲ ਕਰਨ ਲੱਗੇ ਆ, ਕਿਉਂਕਿ ਜਿੰਦਾ ਦਿਲੀ ਦੀ ਜਦੋਂ ਤੁਸੀਂ ਕਹਾਣੀਆਂ ਸੁਣਦੇ ਹੋ ਜਾਂ ਜਦੋਂ ਕਿਸੇ ਨੂੰ ਕੋਈ ਮੋਟੀਵੇਟ ਕਰਦਾ ਹੋਵੇ ਉਹ ਚੀਜ਼ਾਂ ਸੁਣਦੇ ਹੋ ਤਾਂ ਲੋਕਾਂ ਦੇ ਵਿੱਚ ਆਪਣੇ ਆਪ ਜੋਸ਼ ਆਉਂਦਾ। ਤੇ ਅੱਜ ਹੀ ਇਸ ਤਰ੍ਹਾਂ ਦੀ ਇੱਕ ਜਿਹੜਾ ਜ਼ਿਕਰ ਕਰਾਂਗੇ ਇੱਕ ਕਹਾਣੀ ਦਾ। ਉਹ ਕਹਾਣੀ ਦੇ ਵਿੱਚ ਉਹ ਸ਼ਖਸ ਕਿਵੇਂ ਪਹਿਲਾਂ ਟੁੱਟਦਾ ਹੈ, ਪਹਿਲਾਂ ਬਣਾਉਂਦਾ, ਫਿਰ ਉਹ ਟੁੱਟਦਾ ਹੈ ਤੇ ਫਿਰ ਦੁਬਾਰੇ ਆਖਰਕਾਰ ਬੇਸ਼ੱਕ ਜ਼ੀਰੋ ਤੋਂ ਸ਼ੁਰੂ ਕਰਦਾ ਤੇ ਫਿਰ ਬੁਲੰਦੀਆਂ ਛੂੰਹਦਾ ਹੈ। ਤਾਂ ਆਖਰਕਾਰ ਤੁਸੀਂ ਉਹਨੂੰ ਦੇਖ ਕੇ ਸਮਝ ਜਾਓਗੇ ਕਿ ਜੇਕਰ ਕਦੇ ਜ਼ਿੰਦਗੀ ਦੇ ਵਿੱਚ ਕੋਈ ਘਾਟਾ, ਜਿਵੇਂ ਆਪਾਂ ਆਮ ਜ਼ਿੰਦਗੀ 'ਚ ਕਹਿ ਦਿੰਦੇ ਹਾਂ, ਕੋਈ ਘਾਟੇ ਪੈ ਗਏ, ਕੋਈ ਨੁਕਸਾਨ ਹੋ ਗਏ, ਨਫੇ ਦੀ ਗੱਲ ਨਹੀਂ ਕਰਾਂਗੇ, ਨਫਾ ਕਿਉਂਕਿ ਜਦੋਂ ਹੁੰਦਾ ਬੰਦਾ ਖੈਰ ਉਦੋਂ ਤਾਂ ਬੁਲੰਦੀਆਂ 'ਚ ਹੁੰਦਾ। ਤਾਂ ਉਹ ਪੂਰੀ ਇੱਕ ਕਹਾਣੀ ਤੁਹਾਡੇ ਸਾਹਮਣੇ ਰੱਖਾਂਗੇ ਬਾਈ ਅਮਰਦੀਪ ਹੋਣਾ ਦੀ, ਜਿਨ੍ਹਾਂ ਨੇ ਸ਼ੁਰੂਆਤ ਵਿਦੇਸ਼ ਦੇ ਵਿੱਚ ਜਾ ਕੇ ਕੀਤੀ। 10 ਸਾਲ ਉੱਥੇ ਕੰਮ ਕਰਦੇ ਨੇ, ਉਦੋਂ ਬਾਅਦ ਫਿਰ ਜ਼ੀਰੋ ਤੇ ਆ ਜਾਂਦੇ ਨੇ। ਪੂਰੀ ਕਹਾਣੀ ਕੀ ਆ ਉਹਨਾਂ ਨਾਲ ਸਾਂਝੀ ਕਰਾਂਗੇ। ਬਾਈ ਅਮਰਦੀਪ ਹੋਣੇ ਸਾਡੇ ਨਾਲ ਨੇ। ਕਿ ਆਖਰਕਾਰ ਤੁਸੀਂ, ਸਾਡਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਇਹਨਾਂ ਨੂੰ ਸੁਣੋਗੇ, ਦੇਖੋਗੇ ਤੇ ਅੱਜ ਇਹ ਕਿੱਥੇ ਨੇ ਉਹ ਚੀਜ਼ ਸੁਣੋਗੇ ਤਾਂ ਤੁਹਾਡੇ 'ਚ ਵੀ ਚੀਜ਼ ਦਾ ਜਜ਼ਬਾ ਆਊਗਾ ਕਿ ਇਹ ਕਦੇ ਨਹੀਂ ਹੁੰਦਾ ਕਿ ਜੇ ਤੁਸੀਂ ਬੁਲੰਦੀਆਂ ਤੇ ਪਹੁੰਚ ਕੇ ਦੁਬਾਰੇ ਤੁਹਾਨੂੰ ਸ਼ੁਰੂਆਤ ਕਰਨੀ ਪੈ ਜੇ। ਔਖੀ ਹੋ ਸਕਦੀ ਆ ਕਿਉਂਕਿ ਮਿਹਨਤ ਹਮੇਸ਼ਾ ਔਖੀ ਹੁੰਦੀ ਆ, ਪਰ ਉਹਦੇ ਵਿੱਚ ਸਫਲਤਾ ਇਹ ਨਹੀਂ ਹੈਗੀ ਕਿ ਤੁਹਾਨੂੰ ਦੁਬਾਰੇ ਨਹੀਂ ਮਿਲੂਗੀ। ਬਹੁਤ ਬਹੁਤ ਸਵਾਗਤ ਹੈ ਅਮਰਦੀਪ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਅਮਰਦੀਪ ਜੀ, ਦੇਖਦੇ ਆਮ ਤੌਰ ਤੇ ਜਦੋਂ ਬੰਦੇ ਬੁਲੰਦੀਆਂ ਤੇ ਚੱਲ ਜਾਂਦੇ ਨੇ ਤੇ ਦੁਬਾਰੇ ਜੇ ਕਿਤੇ ਜ਼ੀਰੋ ਤੇ ਆ ਜੇ ਤਾਂ ਉਹ ਸ਼ੁਰੂ ਕਰਨਾ ਨਾ ਮਨ ਬੰਦੇ ਦਾ ਪਹਿਲਾਂ ਹੀ ਟੁੱਟ ਜਾਂਦਾ। ਬਹੁਤ ਤਰ੍ਹਾਂ ਦੇ ਕਈ ਤਾਂ ਲੋਕ ਕੜੇ ਫੈਸਲੇ ਲੈ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਕੋਸ਼ਿਸ਼ ਉਹਨਾਂ ਦੀ ਦੁਬਾਰੇ ਇਹੋ ਜਿਹੀ ਬਣ ਨਹੀਂ ਪਾਉਂਦੀ ਹੈਗੀ, ਟੁੱਟ ਜਾਂਦੇ ਨੇ ਬੁਰੀ ਤਰ੍ਹਾਂ ਦੇ ਨਾਲ। ਤੁਹਾਡੀ ਵੀ ਕਹਾਣੀ ਕੁਝ ਨਾ ਕੁਝ ਇਸ ਤਰ੍ਹਾਂ ਦੀ ਕਹਿੰਦੀ ਹੈ। ਦੇਖੋ, ਮੇਰੇ ਹਿਸਾਬ ਨਾਲ ਅਗਰ ਕੋਈ ਵੀ ਬੰਦਾ ਅੱਜ ਦੀ ਡੇਟ 'ਚ ਗੱਲ ਕਰੇ ਨਾ, ਤੇ ਜਦੋਂ ਪੈਦਾ ਹੁੰਦਾ ਉਦੋਂ ਕੁਝ ਨਹੀਂ ਲੈ ਕੇ ਪੈਦਾ ਹੁੰਦਾ। ਤੇ ਅਗਰ ਤੁਹਾਡਾ ਕੋਈ ਕਿਸੇ ਤਰ੍ਹਾਂ ਦਾ ਵੀ ਤੁਹਾਡੇ ਕੋਈ ਲਾਸਸ ਹੋ ਜਾਣ ਤੇ ਬੰਦੇ ਨੂੰ ਸਟੈਂਡ ਰਹਿਣਾ ਚਾਹੀਦਾ, ਆਪਣੇ ਹੌਸਲੇ ਬੁਲੰਦ ਰੱਖਣੇ ਚਾਹੀਦੇ। ਬੰਦਾ ਕਿਤੇ ਵੀ ਹੋਵੇ, ਅਗਰ ਜੇ ਤੁਹਾਡੇ ਹੌਸਲੇ ਬੁਲੰਦ ਨਹੀਂ ਤੇ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ, ਤੁਸੀਂ ਬੁਜ਼ਦਿਲਾਂ ਵਾਲੀ ਲਿਸਟ 'ਚ ਆਓਗੇ। ਕਿਉਂਕਿ ਜੇ ਅੱਜ ਜਿਹੜੀ ਮਹਾਂਮਾਰੀ ਪਈ ਹੋਈ ਹੈ ਇਹ ਤਾਂ ਸਾਰੀ ਦੁਨੀਆ ਲਈ ਹੈ। ਜਾਂ ਤਾਂ ਸਪੈਸ਼ਲ ਇੱਕ ਬੰਦੇ ਲਈ ਪਵੇ ਤਾਂ ਉਹ ਬੰਦਾ ਟੁੱਟ ਜੇ ਤਾਂ ਫਿਰ ਉਹਨੂੰ ਆਪਾਂ ਸੋਚਾਂਗੇ। ਅਗਰ ਜੇ ਸਾਰੀ ਦੁਨੀਆ ਹੀ ਇਸ ਚੀਜ਼ ਤੋਂ ਪਰੇਸ਼ਾਨ ਆ ਤੇ ਫਿਰ ਤਾਂ ਸਰਬਤ ਦਾ ਭਲਾ ਵਾਲੀ ਗੱਲ ਆ ਕਿ ਹਰੇਕ ਬੰਦੇ ਨਾਲ ਹੋਇਆ ਹੋਇਆ ਤੇ ਉਹ ਤੁਹਾਡੇ ਨਾਲ ਵੀ ਹੋਇਆ। ਬਿਲਕੁਲ। ਹੁਣ ਸ਼ੁਰੂਆਤ ਕਰਦੇ ਹਾਂ ਅਸਲ। ਬਾਈ ਅਮਰਦੀਪ ਹੁਣ ਇਹ ਰੈਸਟੋਰੈਂਟ ਚਲਾਉਂਦੇ ਨੇਗੇ ਮੋਹਾਲੀ ਦੇ ਵਿੱਚ। ਥਾਈਲੈਂਡ 10 ਸਾਲ ਕੰਮ ਕਰਦੇ ਨੇ, ਉੱਥੇ 6 ਤੋਂ 7 ਇਹਨਾਂ ਦੇ ਰੈਸਟੋਰੈਂਟ ਚੱਲਦੇ ਨੇ। ਕਲੱਬ ਤੋਂ ਸ਼ੁਰੂਆਤ ਕਰਦੇ ਨੇ। ਉਹ ਸਾਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਨਾਲ ਹੀ ਤੁਹਾਨੂੰ ਦਿਖਾ ਦਿੰਦੇ ਆ ਕਿ ਅੱਜ ਜਿਹੜਾ ਇਹ ਰੈਸਟੋਰੈਂਟ ਉਰੇ ਆ ਕੇ ਦੁਬਾਰੇ ਜ਼ੀਰੋ ਤੋਂ ਸ਼ੁਰੂਆਤ ਕਰੀ। ਬੁਲੰਦੀਆਂ ਦੇ ਵਿੱਚ ਇਕੱਲੇ ਅਸੀਂ ਨਹੀਂ ਕਹਿੰਦੇ, ਜੇ ਤੁਸੀਂ ਸਰਚ ਕਰੋਗੇ ਨੈੱਟ ਦੇ ਉੱਤੇ ਉੱਥੇ ਵੀ ਗੂਗਲ ਵਰਗੀਆਂ ਸਾਈਟਾਂ ਇਹ ਦਿਖਾਉਂਦੀਆਂ ਨੇ ਕਿ ਬਾਈ ਅਮਰਦੀਪ ਹੋਣਾ ਦੀ ਮਿਹਨਤ ਕਿਤੇ ਨਾ ਕਿਤੇ ਚਮਕਦੇ ਹੋਏ ਸਿਤਾਰੇ ਵਾਂਗੂ ਹੈ। ਨਾਲ ਨਾਲ ਤੁਹਾਨੂੰ ਸ਼ਾਰਟ ਦਿਖਾ ਦਿੰਦੇ ਆ ਕਿ ਆਖਰ ਕਿਸ ਤਰ੍ਹਾਂ ਦਾ ਇਹਨਾਂ ਦਾ ਕਨਸੈਪਟ ਸ਼ੁਰੂ ਕਰਿਆ ਤੇ ਸ਼ੁਰੂਆਤ ਕਰਦੇ ਹਾਂ। ਅਮਰਦੀਪ ਜੀ, ਫਿਰ ਕਦੋਂ ਜਿਹੜੇ 10 ਸਾਲ ਲਾਏ ਉੱਥੇ ਤੁਸੀਂ ਥਾਈਲੈਂਡ, ਉਰੇ ਕਦੋਂ ਗਏ ਸੀਗੇ ਫਿਰ ਉੱਥੇ? ਮੈਂ ਜੀ, ਮੇਰਾ ਪਹਿਲਾਂ ਇੱਥੇ ਫਾਈਨਾਂਸ ਦਾ ਕੰਮ ਸੀ, ਕਾਰ ਫਾਈਨੈਂਸਿੰਗ ਦਾ, 8 ਸੈਕਟਰ ਦੇ ਵਿੱਚ। ਉਸ ਤੋਂ ਬਾਅਦ ਯੂਜ਼ਡ ਕਾਰ ਦਾ ਇੱਥੋਂ ਫਾਈਨਾਂਸ ਬੰਦ ਹੋਇਆ ਤੇ ਫਿਰ ਮੇਰਾ ਪ੍ਰੋਗਰਾਮ ਬਣਿਆ ਉੱਥੇ ਜਾਣ ਦਾ। ਉੱਥੇ ਜਾ ਕੇ ਦੇਖਿਆ ਤੇ ਉੱਥੇ ਸਟਾਰਟਿੰਗ ਕੀਤੀ ਸੀ। ਪਹਿਲਾਂ ਇੱਕ ਬਿਲਡਿੰਗ ਲਈ, ਉਸ ਵਿੱਚ ਕਲੱਬ ਬਣਾਇਆ, ਨਾਲ ਰੈਸਟੋਰੈਂਟ ਬਣਾਇਆ ਸੀ। ਉਸ ਤੋਂ ਬਾਅਦ ਹੌਲੀ ਹੌਲੀ ਕੰਮ ਅੱਗੇ ਵਧਾਉਂਦੇ ਗਏ। ਮੇਰੇ ਉੱਥੇ ਨਾਲ ਵਧੀਆ ਦੋਸਤ ਮਿਲ ਗਏ ਸੀ ਮੈਨੂੰ, ਅਸੀਂ ਪਾਰਟਨਰ ਸੀਗੇ 3 ਤੇ ਉਸ ਸਿਸਟਮ ਨਾਲ ਕੰਮ ਚੱਲਦਾ ਰਿਹਾ। 10 ਸਾਲ ਹੋ ਗਏ ਮੈਨੂੰ ਉੱਥੇ ਗਏ। ਇਹ ਕਿਵੇਂ ਕਰਿਆ ਤੁਸੀਂ? ਉਰੇ ਫਾਈਨੈਂਸ ਦਾ ਕੰਮ ਕਰਦੇ ਸੀ, ਉੱਥੇ ਜਾ ਕੇ ਰੈਸਟੋਰੈਂਟ, ਯਾਨੀ ਕਿ ਕਿੱਥੇ ਤੁਸੀਂ ਬਿਲਡਿੰਗਾਂ ਕਾਰਾਂ ਵੇਚਦੇ ਸੀਗੇ ਤੇ ਦੂਜੇ ਪਾਸੇ ਰੋਟੀ ਬਣਾਉਣ ਵਾਲਾ ਕੰਮ ਸ਼ੁਰੂ ਕਰਤਾ? ਦੇਖੋ, ਮੇਰੇ ਹਿਸਾਬ ਨਾਲ ਬੰਦੇ 'ਚ ਪੈਸ਼ਨ ਹੋਣਾ ਚਾਹੀਦਾ, ਬੰਦਾ ਹਰੇਕ ਕੰਮ ਕਰ ਸਕਦਾ। ਅਗਰ ਜੇ ਬੰਦਾ ਕਹੇ ਨਹੀਂ ਜੀ ਮੇਰੀ ਤਾਂ ਲਾਈਨ ਹੀ ਰੈਸਟੋਰੈਂਟ ਦੀ, ਮੈਂ ਦੂਜਾ ਨਹੀਂ ਕਰ ਸਕਦਾ, ਗਲਤ ਆ। ਕਿਉਂਕਿ ਕੋਈ ਅੱਜ ਦੀ ਡੇਟ 'ਚ ਕੋਈ ਵੀ ਕੰਮ ਆ, ਅਗਰ ਜੇ ਤੁਸੀਂ ਸਿੱਖਣਾ ਖੁਦ ਹੱਥੀਂ ਕਰੋਗੇ ਤਾਂ ਮੇਰੇ ਖਿਆਲ 1 ਮਹੀਨੇ 'ਚ ਬੰਦਾ ਕੰਮ ਸਿੱਖ ਜੂਗਾ। ਜਦੋਂ ਅਸੀਂ ਕਾਰਾਂ ਦਾ ਕੰਮ ਕੀਤਾ ਤੇ ਉਹ ਕਾਰਾਂ ਦਾ ਕੰਮ ਵੀ ਸਾਡਾ ਟੌਪ 'ਤੇ ਸੀ। ਮੇਰੇ ਅੱਜ ਵੀ ਇੱਕ ਪਾਰਟਨਰ ਹੈਗਾ ਜਿਹੜਾ ਅੱਜ ਵੀ ਉਹਨੇ 82 ਸੈਕਟਰ ਦੇ ਵਿੱਚ ਕਾਰਾਂ ਦਾ ਸ਼ੋਰੂਮ ਬਣਾਇਆ, ਜਿਹੜਾ ਕਿ ਨਾਰਥ ਜ਼ੋਨ ਦੇ ਵਿੱਚ ਮੇਰੇ ਖਿਆਲ ਸਭ ਤੋਂ ਵੱਡਾ ਸ਼ੋਰੂਮ ਹੈ। ਤੇ ਉਹ ਅਜੇ ਵੀ ਕਾਰਾਂ ਦਾ ਕੰਮ ਕਰਦਾ। ਮੈਂ ਕਲੱਬ ਵੀ ਚਲਾ ਲਏ, ਰੈਸਟੋਰੈਂਟ ਵੀ ਚਲਾ ਲਏ, ਖੁਦ ਸਾਰੀ ਕੁਕਿੰਗ ਵੀ ਕਰ ਲਈਦੀ ਹੈ। ਬੰਦੇ 'ਚ ਪੈਸ਼ਨ ਹੋਣਾ ਚਾਹੀਦਾ। ਕੰਮ ਕੁਛ ਵੀ ਨਹੀਂ, ਕੰਮ ਕਦੇ ਕੋਈ ਛੋਟਾ ਵੱਡਾ ਨਹੀਂ ਹੋਇਆ। ਤੇ 10 ਸਾਲ ਉੱਥੇ ਜਿਵੇਂ ਪੂਰਾ ਸਫ਼ਰ ਗੁਜ਼ਾਰਿਆ ਤੁਸੀਂ, ਉਹ 10 ਸਾਲਾਂ ਦੇ ਵਿੱਚ ਔਕੜਾਂ ਤਾਂ ਬਹੁਤ ਰਹੀਆਂ ਹੋਣੀਆਂ, ਕਿਉਂਕਿ ਜਦੋਂ ਆਪਾਂ ਆਪਣੀ ਧਰਤੀ ਤੋਂ ਬਗਾਨੀ ਧਰਤੀ 'ਤੇ ਕਿਤੇ ਜਾਂਦੇ ਹਾਂ ਉਹਨੂੰ ਆਪਣਾ ਬਣਾਉਣ ਦੇ ਵਾਸਤੇ ਬੜਾ ਸਮਾਂ ਲੱਗ ਜਾਂਦਾ ਹੈਗਾ। ਸਮਾਂ ਲੱਗ ਜਾਂਦਾ ਜੀ। ਅਗਰ ਤੁਹਾਡੀ ਸਭ ਤੋਂ ਵੱਡੀ ਗੱਲ ਆ ਬੋਲਬਾਣੀ, ਅਗਰ ਤੁਹਾਡਾ ਵੇ ਆਫ ਟਾਕਿੰਗ ਬਹੁਤ ਵਧੀਆ, ਤੁਹਾਡੇ ਨਾਲ ਲੋਕ ਮਿਲਦੇ ਗਿਲਦੇ ਆ। ਅੱਜ ਟੱਚਵੁੱਡ ਕੇ ਅਗਰ, ਕਿਉਂਕਿ ਉੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਵਿੱਚ ਐਡ ਕਰਦਾ, ਮੈਨੂੰ 6 ਸਾਲ ਹੋ ਗਏ ਉੱਥੇ ਪੁਲਿਸ ਜੁਆਇਨ ਕੀਤੀ ਨੂੰ। ਮੈਂ ਲੋਕਲ ਪਤਾਇਆ ਪੁਲਿਸ 'ਚ ਹੈਗਾ, ਅੱਜ ਵੀ ਜੋਬ ਹੈਗੀ ਹੈ ਮੇਰੀ।
ਲੇਕਿਨ ਉਸ ਚੀਜ਼ ਦੇ ਵਿੱਚ ਉਸ ਟਾਈਮ ਦੇ ਵਿੱਚ ਜਿਹੜਾ ਮੇਰਾ ਪੁਲਿਸ ਸਟੇਸ਼ਨ ਜਦੋਂ ਮੇਰੀ ਡਿਊਟੀ ਹੁੰਦੀ ਸੀ, ਉਦੋਂ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗਦੀ ਹੁੰਦੀ ਸੀ ਵੀ ਉੱਥੇ ਹਰੇਕ ਦੇਸ਼ ਦੇ ਕੋਨੇ ਦਾ ਬੰਦਾ ਆਉਂਦਾ ਹੁੰਦਾ ਸੀ, ਇਕੱਲੇ ਇੰਡੀਅਨ ਨਹੀਂ ਦੂਸਰੇ ਵੀ ਹੁੰਦੇ ਸੀ। ਮੇਰੀ ਡਿਊਟੀ ਆਵਰਸ ਦੇ ਦੌਰਾਨ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੁੰਦੀ ਸੀ ਤੇ ਮੇਰੀ ਕੋਸ਼ਿਸ਼ ਹੁੰਦੀ ਸੀ ਵੀ ਜਿੰਨੀ ਉਸ ਦੀ ਵੱਧ ਤੋਂ ਵੱਧ ਸੇਵਾ ਕਰਾਂ। ਉਸ ਚੀਜ਼ ਨੇ ਅੱਜ ਅਗਰ ਮੈਂ ਕਿਸੇ ਵਰਲਡ ਦੇ ਕੋਨੇ 'ਚ ਜਾਣਾ ਹੋਵੇ ਤੇ ਮੇਰੇ ਕੋਲ ਬਹੁਤ ਵੱਡੀ ਲਿਸਟ ਆ ਲੋਕਾਂ ਦੀ ਜਿਹੜੇ ਕਿ ਲੋਕ ਰਿਗਾਰਡ ਕਰਦੇ ਆ ਵੀ ਸਾਡੀ ਰਿਸਪੈਕਟ ਕੀਤੀ ਬਣ ਗਿਆ, ਪਰਿਵਾਰ ਵੱਡਾ ਹੋ ਗਿਆ ਜੀ। ਪਰਿਵਾਰ ਵੱਡਾ ਹੁੰਦਾ ਗਿਆ ਜੀ। ਮਤਲਬ ਕਾਫੀ ਦਫਾ ਤਾਂ ਇੱਥੋਂ ਵੀ ਗਰੁੱਪ ਕਾਫੀ ਗਏ ਜਿਨ੍ਹਾਂ ਨੇ ਬੜਾ ਮਾਣ ਬਖਸ਼ਿਆ। ਨੇਵੀ ਦੇ ਜੇ ਕੋਈ ਉੱਥੇ ਜਹਾਜ਼ ਵਗੈਰਾ ਜਾਂਦਾ, ਜਿਹੜਾ ਸ਼ਿਪ ਜਾਂਦੇ ਆ, ਉੱਥੇ ਵੀ ਉਹਨਾਂ ਨੇ ਮੈਨੂੰ ਚੀਫ ਗੈਸਟ ਬੁਲਾਇਆ। ਇੱਥੋਂ ਤੁਹਾਡੇ ਪੰਜਾਬ ਦੀਆਂ 2-3 ਵੱਡੀਆਂ ਕੰਪਨੀਆਂ ਗਈਆਂ ਸੀ, ਉਹਨਾਂ ਨੇ ਵੀ ਮੀਨਸ ਕਿ ਮੇਰੇ ਹਿਸਾਬ ਨਾਲ ਮੈਂ ਤਾਂ ਹਰੇਕ ਬੰਦੇ ਨੂੰ ਇਹ ਗੱਲ ਕਹਿਣਾ, ਕੁਛ ਨਹੀਂ, ਅੱਜ ਹਾਲਾਤ ਬਹੁਤ ਮਾੜੇ ਆ ਹਰੇਕ ਬੰਦੇ ਤੇ, ਲੇਕਿਨ ਬੰਦੇ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ। ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਆ। ਲੋਕ ਜਦੋਂ ਇਹ ਜੇ ਕਹੀਏ ਨਾ, ਇਹ ਸ਼ਬਦ ਬੜਾ ਛੋਟਾ ਜਿਹਾ ਲੱਗਦਾ, ਪਰ ਜਦੋਂ ਹਾਰ ਜਾਂਦਾ ਬੰਦਾ ਸ਼ਾਇਦ ਉਹਦੀ ਦੁਨੀਆ ਖਤਮ ਹੋ ਜਾਂਦੀ ਹੈ ਜੇ ਤੁਸੀਂ ਉਹਨੂੰ ਸੀਰੀਅਸਲੀ ਤੌਰ ਤੇ ਦਿਮਾਗ ਤੇ ਲੈ ਜਾਂਦੇ ਹੋ। ਨਹੀਂ ਜੀ, ਜੇ ਮੇਰੇ ਹਿਸਾਬ ਨਾਲ ਅਗਰ ਜੇ ਤੁਹਾਨੂੰ ਕੋਈ ਪੋਜ਼ਿਟਿਵ એનર્ਜੀ ਦੇਣ ਵਾਲਾ ਹੈ ਤੇ ਤੁਸੀਂ ਹੌਸਲਾ ਨਹੀਂ ਹਾਰੋਗੇ। ਆਪਣੇ ਇਹ ਹੁੰਦਾ ਵੀ ਕਿਸੇ ਬੰਦੇ ਦਾ ਹੌਸਲਾ ਆ ਰਿਹਾ, ਉਹ ਕਿਸੇ ਮਾੜੇ ਬੰਦੇ ਤੋਂ ਰਹਿ ਲੈ ਬੈਠਦਾ, ਤੇ ਮਾੜਾ ਬੰਦਾ ਪਹਿਲਾਂ ਹੀ ਡਿੱਗਿਆ ਹੋਇਆ ਹੁੰਦਾ, ਉਹਨੇ ਹੌਸਲੇ ਦੇਣਾ ਕੀ ਆ, ਉਹਨੂੰ ਵੀ ਡਿਗਾ ਦਿੰਦਾ। ਹੁਣ ਗੱਲ ਕਰਾਂਗੇ ਉਸ ਦੌਰ ਦੀ, ਕਿਉਂਕਿ ਹੁਣ ਤੱਕ ਤੁਸੀਂ ਸੁਣ ਲਿਆ ਵੀ ਉਰੋਂ ਗਏ, ਉੱਥੇ ਜਾ ਕੇ ਬੁਲੰਦੀਆਂ ਛੂਹੀਆਂ, ਤੇ ਆਖਰ ਇਹਦੇ 'ਚ ਹੌਸਲੇ ਵਾਲੀ ਗੱਲਾਂ ਕਿੱਥੋਂ ਆਉਂਦੀਆਂ ਨੇ? ਜਦੋਂ ਕਰੋਨਾ ਦਾ ਸਮਾਂ ਸ਼ੁਰੂ ਹੋਇਆ ਸੀ, ਅਮਰਦੀਪ ਬਾਈ ਹੁਣੇ ਉਰੇ ਆਏ ਹੋਏ ਸੀਗੇ, ਯਾਨੀ ਕਿ ਇੰਡੀਆ ਆਏ ਹੋਏ ਸੀ, ਮੋਹਾਲੀ ਆਏ ਹੋਏ ਸੀਗੇ। ਉਦੋਂ ਉਸ ਦੇ ਦੌਰਾਨ ਉੱਥੇ ਰੈਸਟੋਰੈਂਟ ਨੇ, ਉੱਥੇ ਹਜੇ ਵੀ ਕਿਤੇ ਨਾ ਕਿਤੇ ਬੰਦ ਆ, ਸਾਰਾ ਕੁਝ ਚੱਲ ਨਹੀਂ ਰਿਹਾ, ਤੇ ਫਿਰ ਇਹਨਾਂ ਨੇ ਸ਼ੁਰੂਆਤ ਉਰੇ ਕਰੀ। ਉਰੇ ਦੇਖੋ ਤੁਸੀਂ ਕਿਵੇਂ ਕਹੀਏ ਦਿਨਾਂ 'ਚ ਤਰੱਕੀ ਕਰਦੇ ਹੋ। ਅਮਰਦੀਪ ਜੀ, ਜਦੋਂ ਉਰੇ ਆਏ ਸੀ ਤੁਸੀਂ, ਉਦੋਂ ਤਾਂ ਸ਼ਾਇਦ ਨਹੀਂ ਪਤਾ ਹੋਣਾ ਵੀ ਇਹੋ ਜਿਹਾ ਕੁਝ ਹੋ ਜਾਊਗਾ, ਇੰਨੇ ਮਹੀਨੇ ਲੋਕਡਾਊਨ ਰਹਿ ਜਾਊਗਾ, ਉੱਥੇ ਸਿਚੁਏਸ਼ਨ ਹਜੇ ਵੀ ਖਰਾਬ ਹੈ, ਵੀ ਇੱਕੋ ਲੱਤ ਸਾਰਾ ਕੁਝ ਘਿੱਖਰ ਬਿੱਖਰ ਹੋ ਜਾਊ ਜਿਹੜਾ ਇਹਨਾਂ ਕੁਝ ਜੁਟਾਇਆ ਤੁਹਾਨੂੰ। ਉਦੋਂ ਤਾਂ ਕੁਛ ਨਹੀਂ ਵੀ ਜੀ, ਉਦੋਂ ਤਾਂ ਇਹ ਲੱਗਦਾ ਸੀਗਾ ਵੀ ਉਹ 15-20 ਦਿਨ ਮਹੀਨੇ ਦੀ ਗੇਮ ਜੀ ਹੈ, ਦਵਾਈ ਦੂਈ ਆ ਜਾਣੀ ਆ ਤੇ ਚਲੇ ਜਾਣਾ ਵਾਪਸ। ਜਦੋਂ 3-4 ਮਹੀਨੇ ਇਹ ਨਾ ਹੋਇਆ ਪ੍ਰੋਸੈਸ, ਫਿਰ ਇਹ ਜਿਹੜੀ ਬਿਲਡਿੰਗ ਹੈ ਮੇਰੇ ਦੋਸਤ ਦੀ ਹੈ, ਤੇ ਮੇਰੇ ਦੋਸਤ ਨੇ ਮੈਨੂੰ ਮੋਟੀਵੇਟ ਕੀਤਾ ਵੀ ਨਹੀਂ ਯਾਰ, ਆਪਣਾ ਸ਼ੋਰੂਮ ਪਿਆ ਤੂੰ ਉੱਥੇ ਕੋਈ ਕੰਮ ਕਰ। ਫਿਰ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਚਲੋ ਇੱਥੇ ਅਸੀਂ ਸਟਾਰਟਿੰਗ ਕੀਤੀ। ਪਹਿਲਾਂ ਹਫਤਾ 10 ਦਿਨ ਤਾਂ ਦਿਮਾਗ 'ਚ ਰਿਹਾ ਯਾਰ ਛੱਡ ਪਰੇ, ਕੀ ਪਤਾ ਵੈਕਸੀਨੇਸ਼ਨ ਅੱਜ ਆ ਜੇ ਕੱਲ੍ਹ ਆ ਜੇ। ਵੈਸੇ ਹੀ ਆ ਜਿਹੜੇ ਟਾਇਰਾਂ ਤੇ ਤੁਸੀਂ ਬੈਠੇ ਹੋ, ਟਾਇਰ ਟੂਰ ਪੇਂਟ ਪੂੰਟ ਕਰਦੇ ਰਹੇ। ਅੱਛਾ, ਇਹ ਆਪ ਕੀਤੇ ਤੁਸੀਂ? ਹਾਂਜੀ, ਆਪ ਬਣਾਏ ਸਾਰੇ ਇਹ। ਤੇ ਫਿਰ ਮੇਰੇ ਦਿਮਾਗ 'ਚ ਆਇਆ, ਮੈਂ ਚਲੋ ਕੱਲਾ ਕੁਲਚੇ ਦਾ ਕਰਦੇ ਹਾਂ, ਜਦੋਂ ਜੇ ਬੰਦ ਵੀ ਕਰਨਾ ਪਿਆ ਤਾਂ ਕੋਈ ਪ੍ਰੋਬਲਮ ਨਹੀਂ। ਕੁਲਚੇ ਦਾ ਕਨਸੈਪਟ ਇਹ ਜਿਹਾ ਕੀਤਾ ਜੀ, ਇੱਥੇ 43 ਤਰ੍ਹਾਂ ਦੇ ਕੁਲਚੇ ਸਟਾਰਟ ਕੀਤੇ ਮੈਂ, ਤੇ ਟੱਚਵੁੱਡ ਅੱਜ ਜੇ ਕੋਈ ਬੰਦੇ ਸਪੈਸ਼ਲ ਕੁਲਚਾ ਖਾਣ ਜ਼ਰੂਰ ਆਉਂਦੇ, ਸਰਚ ਕਰਦੇ ਆ ਵੀ ਜੇ ਕੁਲਚਾ ਖਾਣਾ ਤਾਂ ਉੱਥੇ ਚੱਲੀਏ। ਫਿਰ ਹੌਲੀ ਹੌਲੀ ਸਾਡੀ ਕੁਆਲਿਟੀ ਦੇਖ ਕੇ ਜਾਂ ਸਫਾਈ ਦੇਖ ਕੇ ਜਾਂ ਮੈਨੂੰ ਸਰਵਿਸ ਕਰਦੇ ਨੂੰ ਖੁਦ ਵੇਖ ਕੇ ਲੋਕਾਂ ਦੀ ਡਿਮਾਂਡ ਹੋਈ ਵੀ ਤੁਸੀਂ ਮੇਨ ਕੋਰਸ ਸਟਾਰਟ ਕਰੋ ਖਾਣੇ 'ਚ। ਫਿਰ ਉਸ ਤੋਂ ਬਾਅਦ ਜੀ ਮੇਰੇ ਜਿਹੜੇ ਸ਼ੈਫ ਸੀ ਉਹ ਵੀ ਉੱਥੇ ਵਿਹਲੇ ਬੈਠੇ ਸੀਗੇ ਥਾਈਲੈਂਡ 'ਚ, ਫਿਰ ਮੈਂ ਉਹਨਾਂ ਨੂੰ ਉੱਥੋਂ ਬੁਲਾਇਆ। ਜੀ, ਉਰੇ ਬੁਲਾ ਲਿਆ। ਉੱਥੇ ਕਿੰਨੇ ਬਾਈ ਜੀ ਰੈਸਟੋਰੈਂਟ ਉੱਥੇ ਕਿੰਨੇ ਸੀ ਤੁਹਾਡੇ? ਉੱਥੇ ਜੀ 7 ਰੈਸਟੋਰੈਂਟ ਸੀ ਸਾਡੇ। ਅੱਛਾ, ਹਾਂਜੀ, ਅਲੱਗ-ਅਲੱਗ ਥਾਵਾਂ ਦੇ ਉੱਤੇ ਅਸੀਂ ਪਾਰਟਨਰ ਹੈਗੇ 3, ਤੇ ਉਹ ਇੱਥੇ ਬੁਲਾ ਕੇ ਫਿਰ ਇਹ ਮੇਨ ਕੋਰਸ ਇੱਥੇ ਸਟਾਰਟ ਕਰਤਾ ਜੀ ਰੈਸਟੋਰੈਂਟ ਦਾ। ਹੁਣ ਸਵੇਰ 7:15 ਵਜੇ ਆਈਦਾ ਜੀ, ਤੇ ਰਾਤੀ 10:30-11 ਵੱਜ ਜਾਂਦੇ। ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਹਰੇਕ ਟੇਬਲ ਦੇ ਨਾਲ ਮੇਰਾ ਟੱਚ ਹੋਣਾ, ਮੈਂ ਮੇਰੇ ਹਰੇਕ ਗੈਸਟ ਨੂੰ ਵੀ ਕੀ ਹੈ, ਇਹਨੂੰ ਕੋਈ ਪ੍ਰੋਬਲਮਸ ਤਾਂ ਨਹੀਂ ਕਿਸੇ ਤਰ੍ਹਾਂ ਦੀ। ਔਰ ਆਪਦੀ ਇੱਕ ਮੇਰੇ ਕਸਟਮਰਸ ਦੀਆਂ ਮੈਂ ਲਿਸਟਾਂ ਬਣਾਈਆਂ, ਡੇਲੀ ਉਹਨਾਂ ਨੂੰ ਗੁੱਡ ਮਾਰਨਿੰਗ ਮੇਰਾ ਮੈਸੇਜ ਜਾਂਦਾ, ਔਰ ਡੇਲੀ ਤੋਂ ਡੇਲੀ ਜਿਹੜੀ ਚੀਜ਼ ਵੀ ਨਵੀਂ ਕੁਛ ਅਸੀਂ ਐਡ ਕਰਦੇ ਹਾਂ, ਸਪੋਜ਼ ਕੋਈ ਆਫਰ ਦਿੰਦੇ ਹਾਂ, ਅਟਰੈਕਟਿਵ ਆਫਰਸ ਮੇਰੀਆਂ ਜਾਂਦੀਆਂ ਕਸਟਮਰਸ ਨੂੰ, ਜਿਹੜੀਆਂ ਕਿ ਬੜੇ ਖੁਸ਼ ਹੁੰਦੇ। ਇੱਕ ਚੀਜ਼ ਹੋਰ ਤੁਹਾਡੀ ਦੇਖਣ ਨੂੰ, ਜਿਹੜੀ ਤੁਸੀਂ ਕਿਹਾ ਕਿ ਮੇਰਾ ਟੇਬਲ ਦੇ ਨਾਲ ਹਰੇਕ ਦੇ ਨਾਲ ਆਪ ਲਗਾਵ ਹੁੰਦਾ, ਆਮ ਤੌਰ ਤੇ ਤਾਂ ਦੇਖਦੇ ਹਾਂ ਜਦੋਂ ਬੰਦੇ ਦਾ ਵਧੀਆ ਕਿਤੇ ਚੱਲ ਫਿਰ ਜਾਂਦਾ, ਮੁੜ ਕੇ ਤਾਂ ਬੰਦਾ ਪੁੱਛਣੋਂ ਹਟ ਜਾਂਦਾ। ਕਈਆਂ ਤਾਂ ਵਿਚਾਰਿਆਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਵੀ ਇਹ ਰੈਸਟੋਰੈਂਟ ਦਾ ਜਾਂ ਵੱਡੇ ਹੋਟਲ ਦਾ ਮਾਲਕ ਕੌਣ ਹੈ। ਹੁਣ ਵੀ ਦੇਖਿਆ ਤੁਸੀਂ ਕਈ ਵਾਰ ਆਪ ਆਰਡਰ ਲਈ ਜਾਂਦੇ ਹੁੰਦੇ ਹੋ ਖੜੇ। ਮੈਂ ਇਹਦੇ ਵਿੱਚ ਕੀ ਹੈ ਵੀ ਜੀ, ਮੈਨੂੰ ਹੁਣ ਵੀ ਲੋਕੀ ਇਹ ਗੱਲ ਕਹਿੰਦੇ ਹੁੰਦੇ ਆ, ਇੱਥੇ ਬੜੇ ਚੰਗੇ ਆ ਕੇ ਬੰਦੇ ਮੈਨੂੰ ਕਹਿੰਦੇ ਜੀ ਅਸੀਂ ਓਨਰ ਪਹਿਲੇ ਵਾਰੀ ਵੇਖਿਆ ਵੀ ਆਰਡਰ ਲੈਂਦਾ ਹੋਇਆ ਤੇ ਬਰਤਨ ਚੁੱਕਦਾ, ਲੇਕਿਨ ਨਾਲ ਇੱਕ ਹੋਰ ਵੀ ਕੁਐਸਚਨ ਪੁੱਟ ਕਰ ਦਿੰਦੇ ਆ ਵੀ ਅਗਰ ਤੁਸੀਂ ਚਲੇ ਜਾਂਦੇ ਹੋ ਫਿਰ ਇਹ ਤਾਂ ਤੁਹਾਡੇ ਕਰਕੇ ਹੀ ਸ਼ਾਇਦ ਚੱਲਦਾ ਹੋਵੇ, ਬਾਅਦ 'ਚ ਕੀ ਕਰਾਂਗੇ।
ਜਿਹੜੀ ਕਿ ਮੇਰੇ ਲਈ ਵੀ ਬਹੁਤ ਵੱਡਾ ਇੱਕ ਕੁਐਸਚਨ ਹੈ, ਰਿਐਲਿਟੀ ਹੈ। ਮੈਨੂੰ ਅਜੇ ਤੱਕ ਇਹਦਾ ਆਨਸਰ ਨਹੀਂ ਮਿਲਿਆ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜੋ ਵੀ ਬੰਦਾ ਮੇਰਾ ਕਸਟਮਰ ਆ, ਫੂਡੀ ਆ ਜਿਹੜਾ, ਉਹ ਬੰਦੇ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ। ਉਹਨਾਂ ਨੂੰ ਸਿਰਫ ਇੱਕ ਇਹ ਪਤਾ ਵੀ ਜੇ ਅੱਜ ਸੇਫਲੀ ਅਸੀਂ ਇੱਥੇ ਖਾਵਾਂਗੇ ਕਿ ਕੋਈ ਸਾਡਾ ਐਕਸਪਾਇਰੀ ਡੇਟ ਵਾਲਾ ਨਹੀਂ ਹੋਏਗਾ, ਸਾਨੂੰ ਮਿਲੇਗਾ ਫਰੈਸ਼ ਮਿਲੇਗਾ। ਲੇਕਿਨ ਮੈਨੂੰ ਵੀ ਇਹ ਆ ਵੀ ਜਿਵੇਂ ਮੈਂ ਤਾਂ ਕਹਿੰਦਾ ਜਲਦੀ ਜਲਦੀ ਖੁੱਲ੍ਹੇ ਬਾਹਰ ਮੈਂ ਜਾਵਾਂ, ਕਿਉਂਕਿ ਇੱਥੇ ਮੇਰਾ ਬਹੁਤ ਛੋਟਾ ਕੰਮ ਆ ਮੇਰੇ ਲਈ। ਉਹ ਮੇਰੀ ਸਾਰੀ 10 ਸਾਲ ਦੀ ਪੂੰਜੀ ਆ ਲੱਗੀ ਹੋਈ। ਤੇ ਲੇਕਿਨ ਨਾਲ ਇਹਦਾ ਵੀ ਫਿਕਰ ਹੈ, ਇਹਦੀ ਵੀ ਹੁਣ ਸੋਚ ਇਹ ਆ ਕਿ ਅੱਗੇ ਮੈਂ ਫਰੈਂਚਾਈਜ਼ ਦੇਣੀ ਆ ਅਲੱਗ-ਅਲੱਗ ਥਾਵਾਂ ਤੇ। ਹੁਣ ਬੜੀ ਜਲਦੀ ਚੰਡੀਗੜ੍ਹ ਤੇ ਪੰਚਕੂਲੇ ਵੀ ਖੋਲਾਂਗੇ ਜੀ, ਸੇਮ ਨੇਮ ਤੇ। ਇਹ ਚੀਜ਼ ਹੈ। ਤੇ ਜਿਹੜਾ ਤੁਸੀਂ ਕਿਹਾ ਲਗਾਵ ਤਾਂ ਖੈਰ ਜੇ ਕਹੀਏ ਆਪਾਂ ਹਰ ਇੱਕ ਚੀਜ਼ ਦੇ ਨਾਲ ਹੋ ਜਾਂਦਾ, ਉੱਥੇ ਬੜੇ ਹੌਸਲੇ ਦੀ ਹੁੰਦੀ ਆ। ਬਾਈ ਜੀ ਜਦੋਂ ਉੱਥੋਂ ਇਹ ਬੰਦ ਹੋ ਗਿਆ ਸਾਰਾ ਕੁਝ, ਤੁਹਾਡੇ ਉਹ ਦਿਨ ਚੱਲ ਰਹੇ ਸੀਗੇ, ਕਿਹੋ ਜਿਹੀ ਸਿਚੁਏਸ਼ਨ ਬਣ ਗਈ ਸੀਗੀ ਵੀ ਹੌਸਲਾ ਡਿੱਗਣ ਨਹੀਂ ਦਿੱਤਾ ਜਿਹੜਾ ਤੁਸੀਂ? ਸਿਚੁਏਸ਼ਨ ਤਾਂ ਵੀ ਜੀ ਉਦੋਂ ਬੜੀ ਅਜੀਬੋ-ਗਰੀਬ ਜੀ ਸੀ, ਨਾ ਤਾਂ ਕੋਈ ਸਮਝ ਆਉਂਦਾ ਹੁੰਦਾ ਸੀ। ਉਹੀ ਹਾਲਾਤ ਹੁੰਦੇ ਨੇ ਜੇ ਤੁਸੀਂ ਘਰੇ ਬੈਠੇ ਹੋ, ਮਤਲਬ ਬੈੱਡ ਤੋਂ ਉੱਠੇ ਤੇ ਡਾਈਨਿੰਗ ਟੇਬਲ 'ਤੇ ਚਲੇ ਗਏ, ਬ੍ਰੇਕਫਾਸਟ ਕਰ ਲਿਆ ਤੇ ਸਾਰਾ ਦਿਨ ਸੋਚੀ ਜਾਂਦੇ ਸੀ। ਸਾਰਾ ਦਿਨ ਇਹ ਸਰਚਿੰਗ ਚੱਲਦੀ ਰਹਿੰਦੀ ਹੁੰਦੀ ਸੀ ਵੀ ਅੱਜ ਕਿੰਨੇ ਕੋਵਿਡ ਦੇ ਕੇਸ ਆਏ ਆ, ਕੀ ਹੈ, ਕਦੋਂ ਹੋਊ। ਲੇਕਿਨ ਹੋਪ ਸੀ, ਹਰੇਕ ਕੋਈ ਹੌਸਲਾ ਦੇ ਦਿੰਦਾ ਹੁੰਦਾ ਸੀ। ਬਟ ਅੱਜ ਜੇ ਮੈਂ ਅਗਰ ਥਾਈਲੈਂਡ ਗੱਲ ਕਰਾਂ, ਜਿਹੜੇ ਮੇਰੇ ਦੋਸਤ ਉੱਥੇ ਰਹਿ ਗਏ ਆ, ਉੱਥੇ ਬੈਠੇ ਆ, ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੈ। ਕੋਈ ਕੰਮ ਨਹੀਂ ਚੱਲ ਰਿਹਾ ਕਿਸੇ ਤਰੀਕੇ ਦਾ ਵੀ, ਮਤਲਬ ਸਾਰੇ ਕੰਮ ਤੁਹਾਡੇ ਬੰਦ ਹੋਏ ਹੋਏ ਆ ਉੱਥੇ। ਜਿਹੜੀ ਵਾਕਿੰਗ ਸਟਰੀਟ ਦੇ ਵਿੱਚ ਅੱਜ ਤੱਕ ਲਾਈਟ ਨਹੀਂ ਗਈ ਸੀ, ਸਵਿਚ ਆਫ ਨਹੀਂ ਹੋਇਆ ਸੀ, ਅੱਜ ਉਹ ਵਾਕਿੰਗ ਸਟਰੀਟ 'ਚ ਅੰਧੇਰਾ ਹੈਗਾ। ਤੁਸੀਂ ਕੀ ਸੋਚੋ ਵੀ ਕੀ ਹੋਣਾ ਲੋਕਾਂ ਨੇ, ਜਿਨ੍ਹਾਂ ਨੇ, ਚਲੋ ਮੇਰੇ ਤਾਂ ਬਹੁਤ ਸਮਾਲ ਬਿਜ਼ਨਸ ਆ, ਮੈਂ ਉਹਨੂੰ ਗਿਣਾਂਗਾ, ਬਹੁਤ ਵੱਡੇ ਵੱਡੇ ਕਲੱਬ ਨੇ ਉੱਥੇ। ਕਿਉਂਕਿ ਤਾਂ ਮੇਨ ਟੂਰਿਸਟ ਕਰਕੇ ਹੀ ਸਾਰਾ ਸਪੋਰਟ ਹਾਂਜੀ ਹਾਂਜੀ ਹਾਂਜੀ। ਜਿੰਨੀ ਦੇਰ ਟੂਰਿਸਟ ਨਹੀਂ ਹੋਣ, ਜਿਵੇਂ ਹੁਣ ਪਿੱਛੇ ਜੇ ਮੇਰੇ ਕੋਲ ਕੋਈ ਆਇਆ, ਕੋਈ ਕਹਿੰਦੇ ਜੀ ਗੋਆ ਇਸ ਵਾਰੀ ਬੜਾ ਟੂਰਿਸਟ ਸੀ, ਕਿਉਂਕਿ ਬਾਹਰ ਸਾਰਾ ਬੰਦ ਹੋ ਗਿਆ, ਉਹੀ ਟੂਰਿਸਟ ਇੱਥੇ ਡਾਇਵਰਟ ਹੋ ਕੇ ਉਧਰ ਚਲਾ ਗਿਆ। ਹੋਪ ਕਰਦੇ ਹਾਂ ਜੀ ਜਲਦੀ ਸਟਾਰਟ ਹੋ ਜਾਏ। ਉਹ ਚੀਜ਼ ਨੂੰ ਦੇਖ ਕੇ ਮਨ ਦੁਖਦਾ ਕਈ ਵਾਰੀ, ਜਾਂ ਯਾਦ ਉੱਥੇ ਦਾ, ਕਿਉਂਕਿ ਉਹ ਤਾਂ ਤੁਹਾਡੀ ਜਿਵੇਂ ਤੁਸੀਂ ਗੱਲ ਕਰੀ ਜਮ੍ਹਾਂ ਪੂੰਜੀ ਸਾਰੀ ਉਹੀ ਆ, ਸਾਰੀ ਮਿਹਨਤ ਹੈ, ਇੱਕ ਤੁਹਾਡੀ ਮਿਹਨਤ ਦਾ ਨਿਚੋੜ ਆ ਉੱਥੇ ਸਾਰਾ ਕੁਝ। ਦੁੱਖ ਤਾਂ ਹੁੰਦਾ ਉਹ, ਮਨ ਦੁਖਦਾ ਹੋਊ। ਹੁੰਦਾ ਜੀ, ਦੇਖੋ ਇਹ ਚੀਜ਼ ਹੁੰਦੀ ਹੈ ਵੀ ਹਰੇਕ ਬੰਦਾ ਸਟਰਗਲ ਕਰਕੇ ਕੋਈ ਚੀਜ਼ ਕਰਦਾ ਹੁੰਦਾ ਹੈ ਨਾ। ਹੁਣ 10 ਸਾਲਾਂ ਦਾ ਜਿਹੜਾ ਅਸੀਂ ਕੀਤਾ ਕਰਾਇਆ ਸੀ, ਸਾਰਾ ਕੁਝ ਉੱਥੇ ਹੀ ਹੈ। ਔਖਾ ਹੁੰਦਾ ਆਪਦੇ ਦੇਸ਼ 'ਚ ਤਾਂ ਤੁਸੀਂ ਚਾਹੇ ਕੋਈ ਫਰਨੀਚਰ ਆ ਤੇ ਚਾਹੇ ਕੁਝ ਵੀ ਵਟੈਵਰ ਆਪਦਾ ਚੱਕ ਲਿਆ ਸਕਦੇ ਹੋ। ਜਿਹੜਾ ਫੋਰਨ ਦੇ ਵਿੱਚ ਕੋਈ ਬੰਦਾ ਕੰਮ ਕਰ ਰਿਹਾ, ਉਹ ਬੰਦਾ ਕੁਝ ਨਹੀਂ ਲਿਆ ਸਕਦਾ। ਉਹ ਖਾਲੀ ਖੁਦ ਚੱਲ ਕੇ ਆ ਸਕਦਾ, ਲੈ ਕੇ ਕੁਝ ਨਹੀਂ ਆ ਸਕਦਾ। ਹਾਂ, ਮਤਲਬ ਕਿ ਇੱਥੇ ਆਪਾਂ ਜੇ ਅਗਰ ਇੰਡੀਆ 'ਚ ਗੱਲ ਕਰੀਏ, ਸਾਡੇ ਇੰਡੀਆ 'ਚ ਕਿਸੇ ਲੋਕਾਂ ਨੂੰ ਕੋਵਿਡ ਦਾ ਕੋਈ ਅਸਰ ਇੰਨਾ ਬਾਹਲਾ ਜ਼ਿਆਦਾ ਹੈ ਨਹੀਂ। ਜਿਹੜੇ ਇੰਡੀਅਨ ਨੇ ਬਾਹਰ ਕੰਮ ਕੀਤੇ ਹੋਏ ਸੀ, ਮੇਨ ਅਸਰ ਉਹਨਾਂ 'ਤੇ ਹੋਇਆ। ਇੱਥੇ ਤਾਂ ਕੀ ਹੈ, ਜਿਸ ਬੰਦੇ ਦਾ ਕੋਈ ਕੰਮ ਸੀ ਉਹ ਡਾਊਨ ਹੋ ਗਿਆ, ਕੋਈ ਗੱਲ ਨਹੀਂ। ਜਿੱਥੇ ਉਹਦੀ ਲੱਖ ਦੀ ਸੇਲ ਹੋਣੀ ਹੈ, ਉਹ 30,000 ਦੀ ਰਹਿ ਗਈ ਹੋਣੀ ਹੈ, 20,000 ਦੀ ਰਹਿ ਗਈ ਹੋਣੀ, ਲੇਕਿਨ ਉਹਦਾ ਪ੍ਰੋਪਰਟੀ, ਉਹਦਾ ਸਾਰਾ ਸਿਸਟਮ ਤਾਂ ਇੱਥੇ ਹੈ ਜੀ। ਹੁਣ ਜਿਹੜੇ ਮੇਰੇ ਵਰਗੇ ਜਾਂ ਮੇਰੇ ਨਾਲ ਹੋਰ ਦੇ ਕੋਈ ਫਰੈਂਡਸ ਹੈਗੇ ਨੇ, ਜਿਹੜੇ ਜਿਨ੍ਹਾਂ ਦੇ ਕਲੱਬ ਆ, ਬਹੁਤ ਵੱਡੇ ਕਲੱਬ ਨੇ, ਇਕੱਲੇ ਥਾਈਲੈਂਡ ਦੀ ਗੱਲ ਨਹੀਂ ਕਰਦਾ, ਕਿਸੇ ਵੀ ਕੰਟਰੀ 'ਚ ਨੇ, ਉਹਨਾਂ ਬੰਦਿਆਂ ਦੀ ਇਨਵੈਸਟਮੈਂਟ ਉੱਥੇ ਹੋਈ ਹੋਈ ਸੀ ਸਾਰੀ। ਇਨਵੈਸਟਮੈਂਟ ਉੱਥੇ ਜ਼ੀਰੋ ਹੋ ਗਈ। ਹੁਣ ਜਦੋਂ ਸਾਡਾ ਦੁਬਾਰੇ ਅਗਰ ਸਿਸਟਮ ਸਾਰਾ ਖੁੱਲ੍ਹੇਗਾ, ਦੁਬਾਰਾ ਅਸੀਂ ਉਹਨਾਂ ਨੂੰ ਰੀਓਪਨ ਕਰਾਂਗੇ, ਰੈਸਟੋਰੈਂਟਾਂ ਨੂੰ ਜਾਂ ਕਲੱਬ ਨੂੰ, ਤੇ ਉਸ ਦੀ ਰੀਓਪਨ ਕਰਨ ਦੇ ਉੱਤੇ ਕਿੰਨਾ ਪੈਸਾ ਲੱਗੇਗਾ ਜੇ ਇਹਦੀ ਐਕਸਪੈਕਟੇਸ਼ਨ। ਕਿਉਂਕਿ ਸਾਰੀਆਂ ਚੀਜ਼ਾਂ ਖਰਾਬ ਹੋ ਗਈਆਂ, ਸਾਲ ਤੋਂ ਉੱਪਰ ਹੋ ਗਿਆ ਬੰਦ ਹੋਏ। ਇੱਕ ਹੋਰ ਚੀਜ਼ ਦੇਖੀ ਤੁਹਾਡੇ, ਅਸੀਂ ਰੇਟ ਲਿਸਟ ਪੜ੍ਹ ਰਹੇ ਸੀ, ਅਸੀਂ ਕਿਹਾ ਵੀ ਦੇਖੀਏ ਤੁਹਾਡੇ ਰੇਟ ਤਾਂ ਨਹੀਂ ਕਿਤੇ ਜ਼ਿਆਦਾ ਹੈਗੇ, ਅਸੀਂ ਤਾਂ ਕਰ ਇਹ ਚੀਜ਼ ਚੈੱਕ ਕਰ ਰਹੇ ਸੀ। ਪਰ ਇੱਕ ਹੋਰ ਬੜੀ ਦਿਲਚਸਪ ਚੀਜ਼ ਦੇਖਣ ਨੂੰ ਮਿਲੀ, ਹਰ ਇੱਕ ਦੇ ਪਿੱਛੇ 9 ਹੈ। ਉਰੇ ਸਾਡੇ ਉਰੇ ਜੇ ਕਹੀਏ ਕਿ ਆਪਣੇ ਜਦੋਂ ਕਲਚਰ ਦੇਖਦੇ ਹਾਂ 199 ਜਾਂ 99 ਇਸ ਤਰ੍ਹਾਂ ਦਾ ਤਾਂ ਚਲੋ ਹੁੰਦਾ, ਪਰ ਤੁਹਾਡੇ ਰੇਟ ਨੇ ਕੋਈ 109, 119, 129, ਇਹ ਬੜੇ ਜੇ ਕਹੀਏ ਸੋਚ ਤੋਂ ਪਰੇ ਜੇ ਜਾਂਦਾ। ਅਗਲਾ ਕਹਿੰਦਾ ਯਾਰ ਕਿ 129 ਰੱਖਿਆ, 30 ਰੱਖ ਲੈਣੇ ਸੀ। ਇਹ 9 ਨਾਲ ਪਿਆਰ ਆ ਜਾਂ ਇਹ ਰੇਟਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ? ਨਹੀਂ, ਰੇਟਾਂ ਦੇ ਵਿੱਚ ਨਹੀਂ ਜੀ, ਮਤਲਬ ਕਿ ਇਹ ਇੱਕ ਨਾ ਸਾਨੂੰ ਆਪਦਾ ਹੀ ਪੈਸ਼ਨ ਸੀ। ਉੱਥੇ ਵੀ ਸਾਰੇ ਰੈਸਟੋਰੈਂਟਾਂ ਦੇ ਇਵੇਂ ਹੀ ਆ ਵੀ ਮਤਲਬ ਕਿ ਪੂਰੀ ਜ਼ੀਰੋ ਪਿੱਛੇ ਨਹੀਂ ਲਗਾਈ। ਜੇ ਪਿੱਛੇ ਜ਼ੀਰੋ ਲਗਾਉਣੇ ਤੁਸੀਂ ਜ਼ੀਰੋ ਹੋ ਗਏ, ਪਿੱਛੇ ਜ਼ੀਰੋ ਨਹੀਂ ਲਾਈ, ਕੋਈ ਨੰਬਰ ਰੱਖ ਲਓ, ਕੋਈ ਇਸ਼ੂ ਨਹੀਂ। ਫਿਰ ਇੱਕ ਚੀਜ਼ ਤੁਸੀਂ ਹੋਰ ਨਹੀਂ ਵੇਖੀ ਹੋਣੀ ਕਿ ਮੇਰੇ ਕਿਸੇ ਵੀ ਰੈਸਟੋਰੈਂਟ ਇੱਥੇ ਜਾਂ ਉੱਥੇ ਰੈੱਡ ਕਲਰ ਦੇ ਪੈਨ ਤੋਂ ਇਲਾਵਾ ਹੋਰ ਕੋਈ ਕਲਰ ਦਾ ਪੈਨ ਯੂਜ਼ ਨਹੀਂ ਕਰਦੇ ਸੀ। ਆਮ ਕਰਕੇ ਜਿਵੇਂ ਆਪਾਂ ਨੀਲਾ ਬਲੂ ਪੈਨ ਯੂਜ਼ ਕਰਦੇ ਇਹ ਜਿਵੇਂ ਚਾਈਨਾ ਦੇ ਵਿੱਚ ਵੀ ਰੈੱਡ ਕਲਰ ਨੂੰ ਲੱਕੀ ਕਲਰ ਦਿੰਦੇ ਆ,
ਤੇ ਮੇਰੇ ਵੀ ਰੈੱਡ ਕਲਰ ਹੀ ਯੂਜ਼ ਹੁੰਦਾ, ਬਲੂ ਜਾਂ ਬਲੈਕ ਪੈਨ ਨਹੀਂ ਯੂਜ਼ ਕਰਦਾ। ਨਹੀਂ ਜੀ। ਬਿਲਕੁਲ ਬੜੀ ਜੇ ਕਹੀਏ ਕਿ ਇਹਨਾਂ ਦੀ ਕਹਾਣੀ ਜਿੱਥੇ ਇਹ ਚੀਜ਼ਾਂ ਸਿਖਾਉਂਦੀ ਹੈ ਕਿ ਆਖਰ ਜਦੋਂ ਬੰਦਾ ਮਿਹਨਤ ਕਰਦਾ ਤਾਂ ਮਿਹਨਤ ਨੂੰ ਹਮੇਸ਼ਾ ਫਲ ਲੱਗਦਾ ਹੀ ਲੱਗਦਾ। ਇਹ ਇਕੱਲੀ ਕਿਤਾਬਾਂ 'ਚ ਨਹੀਂ ਲਿਖਿਆ ਹੋਇਆ। ਬਾਈ ਅਮਰਦੀਪ ਹੁਣ ਇਹ ਸਿੱਧੀ ਜਿੰਦੀ ਜਾਗ ਦੀ ਉਦਾਹਰਨ ਨੇ। ਦੂਜਾ ਇਹਨਾਂ ਦਾ ਫਲਸਫਾ ਜਿਹੜਾ ਕਿ ਆਖਰਕਾਰ ਜਿਵੇਂ ਕਹਿੰਦੇ ਕਿ ਫਰੈਸ਼, ਅਸੀਂ ਲਗਾਤਾਰ ਹਰ ਇੱਕ ਚੀਜ਼ ਫਰੈਸ਼ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਆਪ ਖੁਦ ਰਾਬਤਾ ਕਰਦੇ ਹਾਂ। ਇਹ ਉਹ ਚੀਜ਼ਾਂ ਨੇ ਜਿਹੜੀਆਂ ਸਦਾਚਾਰੀ ਅਸਲ ਤੌਰ ਤੇ ਸਿਖਾਉਂਦਾ ਤਾਂ ਸਾਨੂੰ ਸਾਡੇ ਜੀਵਨ 'ਚ ਸਾਰੇ ਕੋਈ ਆ, ਪਰ ਉਹਨਾਂ ਨੂੰ ਫੋਲੋ ਨਹੀਂ ਕੋਈ ਕਰਦਾ। ਲੋਕ ਇਹ ਦੌੜ 'ਚ ਪੈ ਜਾਂਦੇ ਨੇ, ਅਸੀਂ ਪੈਸੇ ਕਿੰਨੇ ਬਣਾਉਣੇ ਨੇਗੇ। ਰੈਸਟੋਰੈਂਟਾਂ ਦੇ ਵਿੱਚ ਅਸੀਂ ਜਾਂਦੇ ਹਾਂ ਕਿ ਕਦੇ ਮਾਲਕ ਕਦੇ ਬਹੁਤ ਘੱਟ ਦੇਖੇ ਹੋਣੇ, ਜਦੋਂ ਜੇ ਸ਼ੁਰੂਆਤ 'ਚ ਦੇਖੇ ਹੋਣੇ, ਬਾਅਦ 'ਚ ਨਹੀਂ ਕਦੇ ਦੇਖੇ ਹੋਣੇ, ਪਰ ਅੱਜ ਵੀ ਜੇ ਸ਼ੁਰੂ ਕਰਿਆ ਇਹਨਾਂ ਜਦੋਂ ਸ਼ੁਰੂਆਤ ਸੀ ਤੇ ਅੱਜ ਬੁਲੰਦੀਆਂ 'ਚ, ਉਦੋਂ ਵੀ ਕਿਤੇ ਨਾ ਕਿਤੇ ਇਹ ਉਹੀ ਜਗ੍ਹਾ ਤੇ ਖੜੇ ਦਿਖਾਉਂਦੇ ਨੇ। ਤਾਂ ਇਸ ਕਹਾਣੀ ਦਾ ਵੀ ਇੱਕ ਮਤਲਬ ਇਹੀ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਭਾਈ ਅਮਰਦੀਪ ਹੁਣ ਇਹ ਜੇ ਕਰ ਸਕਦੇ ਨੇ ਤਾਂ ਕਰ ਹਰ ਕੋਈ ਸਕਦਾ। ਅਸੀਂ ਵੀ ਕਰ ਸਕਦੇ ਹਾਂ, ਤੁਸੀਂ ਵੀ ਕਰ ਸਕਦੇ ਹੋ। ਤਾਂ ਕੋਸ਼ਿਸ਼ ਦੀ ਲੋੜ ਹੁੰਦੀ ਆ, ਕੋਸ਼ਿਸ਼ ਤੋਂ ਬਾਅਦ ਬੁਲੰਦੀਆਂ। ਜੇ ਕਹੀਏ ਕਿ ਜਿਵੇਂ ਕਹਿਣ ਨੂੰ ਆ ਜਾਂਦਾ ਕਿ ਪ੍ਰਮਾਤਮਾ ਜਦੋਂ ਦੇਖਦਾ ਤਾਂ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਤੁਹਾਨੂੰ ਲਿਆ ਕੇ ਉਸ ਥਾਂ ਤੇ ਖੜਾ ਕਰ ਦਿੰਦਾ ਜੋ ਤੁਸੀਂ ਡਿਜ਼ਰਵ ਕਰਦੇ ਹੁੰਦੇ ਹੋ। ਤੇ ਭਾਈ ਅਮਰਦੀਪ ਹੁਣੇ ਵੀ ਇਸੇ ਚੀਜ਼ ਦੇ ਉਦਾਹਰਨ ਨੇ। ਤਾਂ ਕਿਹਾ ਜਾ ਸਕਦਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਪੋਜ਼ਿਟਿਵ ਵਾਲੇ ਪਾਸੇ ਜਾਣਾ ਚਾਹੀਦਾ। ਜਿਵੇਂ ਇਹਨਾਂ ਨੇ ਕਿਹਾ ਕਿ ਜੇ ਕੋਈ ਸਲਾਹ ਹੀ ਕਿਸੇ ਮਾੜੇ ਤੋਂ ਲੈ ਲਓ ਤਾਂ ਉਹ ਤੁਹਾਨੂੰ ਨੀਚੀ ਸਿੱਟੂਗਾ। ਤਾਂ ਸਾਡੀ ਵੀ ਕੋਸ਼ਿਸ਼ ਇਹੀ ਸੀ ਕਿ ਇਹ ਕਹਾਣੀ ਤੁਸੀਂ ਸਮਝੋ। ਤਾਂ ਜਿੱਥੇ ਅਮਰਦੀਪ ਹੋਣੇ ਅੱਜ ਬੁਲੰਦੀਆਂ ਤੇ ਨੇ, ਯਾਦਾਂ ਜ਼ਰੂਰ ਨੇਗੀਆਂ ਕਿਉਂਕਿ ਉੱਥੇ ਬੜਾ ਲੰਬਾ ਸਮਾਂ ਇਹਨਾਂ ਨੇ ਕੰਮ ਕਰਿਆ, ਬੜੀ ਮਿਹਨਤ ਕਰੀ ਆ। ਪੰਜਾਬੀ ਮਿਹਨਤੀ ਨੇ ਤੇ ਉਹੀ ਚੀਜ਼ ਦੀ ਨਜ਼ਰ ਝਲਕ ਇੱਥੋਂ ਵੀ ਪੈਂਦੀ ਆ। ਤਾਂ ਕਿਤੇ ਨਾ ਕਿਤੇ ਅਸੀਂ ਵੀ ਉਮੀਦ ਕਰਾਂਗੇ ਦੁਬਾਰੇ ਉੱਥੇ ਜਾਣ, ਪਰ ਇੱਥੋਂ ਦਾ ਮੋਹ ਵੀ ਛੱਡਿਆ ਨਾ ਜਾਵੇ ਕਿਉਂਕਿ ਬਾਈ ਅਮਰਦੀਪ ਜੀ ਹੋਣਾ ਦਾ ਪਰਿਵਾਰ ਲਗਾਤਾਰ ਵੱਧ ਰਿਹਾ ਉਰੇ ਵੀ ਤੇ ਉੱਥੇ ਵੀ। ਤਾਂ ਕੋਸ਼ਿਸ਼ ਇਹੀ ਕਿ ਆਖਰਕਾਰ ਬੰਦਾ ਚੰਗੇ ਵੱਲ ਵਧੇ ਤਾਂ ਆਪਣੇ ਆਪ ਫੁੱਲ ਉਸ ਚੀਜ਼ ਨੂੰ, ਭਾਗ ਉਸ ਚੀਜ਼ ਨੂੰ ਲੱਗਦੇ ਹੋਏ ਨਜ਼ਰ ਆਉਂਦੇ ਨੇ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਤ ਸਿੰਘ, ਡੇਲੀ ਪੋਸਟ ਪੰਜਾਬੀ, ਮੋਹਾਲੀ।